This meeting is being recorded. ਸੋ ਜਿਹੜਾ ਸਾਡਾ ਅੱਜ ਦਾ ਟੌਪਿਕ ਹੈ ਉਹ ਹੈਗਾ ਸਿੰਗਲ ਫੇਸ ਹਾਫ ਕੰਟਰੋਲ। ਸਿੰਗਲ ਫੇਸ ਤਾਂ ਚਲੋ ਪਿਛਲਾ ਵੀ ਸਿੰਗਲ ਫੇਸ ਸੀਗਾ, ਸੋ ਇੱਥੋਂ ਸਟਾਰਟ ਹੁੰਦਾ ਹਾਫ ਕੰਟਰੋਲਡ ਫੁੱਲ ਵੇਵ ਰੈਕਟੀਫਾਇਰ। ਲਾਸਟ ਟਾਈਮ ਆਪਾਂ ਟੌਪਿਕ ਡਿਸਕਸ ਕੀਤਾ ਸੀ ਹਾਫ ਵੇਵ ਕੰਟਰੋਲਡ ਰੈਕਟੀਫਾਇਰ, ਜਿਹੜਾ ਕਿ ਸਿੰਪਲ ਹਾਫ ਵੇਵ ਦੇ ਉੱਤੇ ਡੀਲ ਕਰਦਾ ਸੀ, ਪੋਜ਼ਿਟਿਵ ਹਾਫ ਸਾਈਕਲ ਦਾ, ਤੇ ਉਹਦੇ ਵਿੱਚ ਇੱਕੋ SCR ਲੱਗਾ ਹੁੰਦਾ ਸੀ। ਹਾਫ ਵੇਵ ਕੰਟਰੋਲਡ ਰੈਕਟੀਫਾਇਰ ਚ 1 SCR ਵਾਸ ਯੂਜ਼ਡ ਓਨਲੀ। ਠੀਕ ਹੈ, ਹੁਣ ਆਪਾਂ ਗੱਲ ਕਰਨੇ ਆ ਅੱਜ ਜਿਹੜਾ ਟੌਪਿਕ ਆ ਉਹ ਹੈਗਾ ਹਾਫ ਕੰਟਰੋਲਡ ਫੁੱਲ ਵੇਵ ਰੈਕਟੀਫਾਇਰ। ਇਹਨੂੰ ਦੂਜਾ ਨਾਮ ਦਿੱਤਾ ਜਾਂਦਾ ਸੈਮੀ ਕਨਵਰਟਰ। ਸੋ ਹਾਫ ਕੰਟਰੋਲਡ ਫੁੱਲ ਵੇਵ ਰੈਕਟੀਫਾਇਰ ਜਿਹੜਾ ਆ ਉਹ ਕੀ ਕਰਦਾ ਹੈਗਾ, ਇੱਕ ਤਰ੍ਹਾਂ ਦਾ ਫੁੱਲ ਵੇਵ ਰੈਕਟੀਫਾਇਰ ਆ, ਬਟ ਇਹਦੇ ਵਿੱਚ ਜਿੱਦਾਂ ਆਪਾਂ ਕਹਿੰਦੇ ਕਿ ਸੈਂਟਰ ਟੈਪ ਕੰਫੀਗਰੇਸ਼ਨ ਹੁੰਦੀ ਸੀ ਨਾ, ਉਹਦੇ ਵਿੱਚ ਤੀਜਾ ਟਰਮੀਨਲ ਹੁੰਦਾ ਸੀ ਟਰਾਂਸਫਾਰਮਰ ਦਾ। ਇਹਦੇ ਵਿੱਚ ਉਹ ਚੀਜ਼ ਨਹੀਂ ਹੈ, ਇਹ ਫੁੱਲ ਤੋਂ ਅੱਧਾ ਹੈਗਾ, ਇਹ ਹਾਫ ਵੇਵ ਹੈ ਬਟ ਕੰਮ ਐਜ਼ ਅ ਫੁੱਲ ਵੇਵ ਰੈਕਟੀਫਾਇਰ ਕਰੇਗਾ। ਮਤਲਬ ਇਹ ਨੈਗੇਟਿਵ ਹੈ, ਸਾਡੇ ਕੋਲ ਇਨਪੁਟ ਸਪਲਾਈ ਇਦਾਂ ਆ ਰਹੀ ਹੈ ਜੇ ਇਹਦੇ ਚ ਦੋ ਸਾਈਕਲ ਹੈ, ਪੋਜ਼ਿਟਿਵ ਤੇ ਨੈਗੇਟਿਵ। ਪੋਜ਼ਿਟਿਵ ਲਈ ਤਾਂ ਆਊਟਪੁੱਟ ਦੇਗਾ ਹੀ ਦੇਗਾ, ਬਟ ਨੈਗੇਟਿਵ ਲਈ ਵੀ ਆਊਟਪੁੱਟ ਦੇਗਾ। ਦੈਟ ਮੀਨਸ ਇਟ ਇਜ਼ ਅ ਫੁੱਲ ਵੇਵ ਰੈਕਟੀਫਾਇਰ, ਬਟ ਹਾਫ ਕੰਟਰੋਲਡ ਕਿਉਂ ਕਿਹਾ ਗਿਆ ਉਹ ਅਗਲੇ ਡਾਇਗਰਾਮ ਚ ਸਮਝ ਆਏਗਾ। ਇਟ ਇਜ਼ ਆਲਸੋ ਨੋਨ ਐਜ਼ ਸੈਮੀ ਕਨਵਰਟਰ। ਸੈਮੀ ਕਨਵਰਟਰ ਵੀ ਕਹਿੰਦੇ ਇਹਨੂੰ, ਇਹਦੇ ਬਾਰੇ ਅੱਜ ਪੜਾਂਗੇ ਆਪਾਂ। ਪਹਿਲਾ ਇੰਟਰੋਡਕਸ਼ਨ ਹੈ ਕੁਝ। like the half wave controlled rectifier, the semi converter is also a single quadrant converter। ਜਿੱਦਾਂ ਆਪਣੇ ਕੋਲ HWCRC ਲਾਸਟ ਟਾਈਮ ਆਪਾਂ ਪੜਿਆ, ਉਹ ਸਿੰਗਲ ਕੁਆਡਰੈਂਟ ਸੀ। ਸਿੰਗਲ ਕੁਆਡਰੈਂਟ ਮਤਲਬ ਇੱਕੋ ਕੁਆਡਰੈਂਟ ਵਿੱਚ ਕੰਮ ਕਰਦਾ ਸੀ, ਉਹ ਕਿ ਵੋਲਟੇਜ ਵਧਾਉਂਦੇ ਸੀ ਉਹਦੇ ਅਕੋਰਡਿੰਗਲੀ ਕਰੰਟ ਵੱਧਦਾ ਸੀ। ਠੀਕ ਹੈ, ਤੇ ਜੇ ਇੰਡਕਟਿਵ ਲੋਡ ਹੈ ਤੇ ਥੋੜਾ ਜਿਹਾ ਡਿਲੇ ਆ ਜਾਂਦਾ ਸੀ ਉਹਦੇ ਵਿੱਚ, ਬਸ ਇਹੀ ਸੀਗਾ। ਬਟ ਇਹਦੇ ਵਿੱਚ ਕੀ ਹੈ, ਇਟ ਇਜ਼ ਆਲਸੋ ਅ ਸਿੰਗਲ ਕੁਆਡਰੈਂਟ ਕਨਵਰਟਰ, ਉਹਦੇ ਵਾਂਗ ਹੀ ਆ, ਬਟ in this two SCRs and two diodes are connected in the bridge configuration। so this is the main line जो इसको define करती है कि half controlled full wave rectifier, this is it contains two SCRs and two diodes in the bridge configuration। एक मिनट होल्ड करना सारे। ਸੋ ਇੱਕ ਇਹੋ ਜੀ ਕੰਫੀਗਰੇਸ਼ਨ ਜਿਹਦੇ ਵਿੱਚ ਦੋ SCRs ਤੇ ਦੋ ਡਾਇਓਡ ਯੂਜ਼ ਕਰਾਂਗੇ ਆਪਾਂ ਬ੍ਰਿਜ ਕੰਫੀਗਰੇਸ਼ਨ ਵਿੱਚ। ਬ੍ਰਿਜ ਕੰਫੀਗਰੇਸ਼ਨ ਆਪਾਂ ਸਾਰਿਆਂ ਨੇ ਪੜ੍ਹੀ ਹੋਈ ਹੈ, ਜਿਹਦੇ ਚ ਆਪਾਂ ਚਾਰ ਚੀਜ਼ਾਂ ਨੂੰ ਇੱਕ ਦੂਜੇ ਦੇ ਨਾਲ ਕਨੈਕਟ ਕਰਦੇ ਹਾਂ। ਸੋ ਦਿਸ ਇਜ਼ ਹਾਫ ਕੰਟਰੋਲਡ ਫੁੱਲ ਵੇਵ ਰੈਕਟੀਫਾਇਰ ਔਰ ਸੈਮੀ ਕਨਵਰਟਰ। ਇਟ ਇਜ਼ ਆਲਸੋ ਨੋਨ ਐਜ਼ ਹਾਫ ਕੰਟਰੋਲਡ ਫੁੱਲ ਵੇਵ ਕਨਵਰਟਰ। ਇਹਨੂੰ ਆਪਾਂ ਹਾਫ ਕੰਟਰੋਲਡ ਫੁੱਲ ਵੇਵ ਕਨਵਰਟਰ ਵੀ ਕਹਿੰਦੇ ਆ ਔਰ ਰੈਕਟੀਫਾਇਰ, ਔਰ ਹਾਫ ਬ੍ਰਿਜ ਕਨਵਰਟਰ ਵੀ ਕਹਿੰਦੇ ਆ। ਸੋ ਤਿੰਨ ਨਾਮ ਹੋ ਗਏ ਇਹਦੇ, ਸੈਮੀ ਕਨਵਰਟਰ, हाफ वेव फुल कंट्रोल्ड रेक्टिफायर और कन्वर्टर, ते तीजा हाफ ब्रिज कन्वर्टर। तिन्ना जो कोई भी क्वेश्चन आ जाए तानू आंसर विल बी सेम। ठीक है, एदियां दो कंफिगरेशंस होंदियां। वी विल यूज द टू कंफिगरेशन ऑफ सेमी कन्वर्टर। वन इज सिमेट्रिकल सेमी कन्वर्टर, अदर इज एसिमेट्रिकल सेमी कन्वर्टर। दोनों अपने अपने तरीके नाल इंपॉर्टेंट है, दोनों दी अपनी अपनी एप्लीकेशंस है। दो तरीके नाल आपां इहनूं डिफाइन करांगे, सिमेट्रिकल ते एसिमेट्रिकल। दोनों के डायग्राम इत्थे शो किए हुए हैं। पहला सब तो पहला सिमेट्रिकल कंफिगरेशन की गल करते हैं। इहदे च देखो हुण दो SCR यूज किए गए, दिस इज T1, दिस इज T2। दो SCR है ते दो डायोड है। जिहड़ा डायोड 1 है इधर यूज किया गया, डायोड 2 इधर यूज किया गया। ठीक है, सो इस कंफिगरेशन नूं आपां सिमेट्रिकल कहांगे। ब्रिज कंफिगरेशन है, पर इहनूं कनैक्ट इदां कीता कि एट ए टाइम एक थायरिस्टर ते एक डायोड ऑन होएगा, दूजी बारी दूजा थायरिस्टर ते दूजा डायोड टर्न ऑन होएगा। ਇਹ ਸਿਮੈਟ੍ਰਿਕਲ ਹੋ ਗਿਆ। ਦੂਜਾ ਹੈਗਾ ਏਸਿਮੈਟ੍ਰਿਕਲ। ਏਸਿਮੈਟ੍ਰਿਕਲ ਚ ਦੇਖੋ ਜਿਹੜੇ ਦੋ ਥਾਇਰਿਸਟਰ ਹੈ, T1 ਇੱਥੇ ਲੱਗਾ ਤੇ T2 ਨੀਚੇ ਲੱਗਾ, ਉਹਦੇ ਏਦਾਂ ਹੀ ਡਾਇਓਡ 1 ਨੀਚੇ ਲੱਗਾ ਤੇ ਡਾਇਓਡ 2 ਇੱਧਰ ਲੱਗਾ। ਸੋ ਜਿਹੜਾ ਟ੍ਰਾਂਜ਼ਿਸਟਰ 2 ਤੇ ਡਾਇਓਡ 2 ਹੈ ਇਹ ਇੰਟਰਚੇਂਜ ਹੋ ਗਏ, ਆ ਦੋਨੋਂ ਇੰਟਰਚੇਂਜ ਹੋ ਗਏ ਏਸਿਮੈਟ੍ਰਿਕਲ ਦੇ ਵਿੱਚ। ਸੋ ਦਿਸ ਇਜ਼ ਏਸਿਮੈਟ੍ਰਿਕਲ ਕੰਫੀਗਰੇਸ਼ਨ, ਦੋਨੋਂ ਅਲੱਗ-ਅਲੱਗ ਹੈ। ਕੁਐਸਚਨ ਜਿੱਦਾਂ ਵੀ ਆਇਆ, ਜੇ ਤੁਹਾਨੂੰ ਸਿਮੈਟ੍ਰਿਕਲ ਆਇਆ ਤੇ ਆਪਾਂ ਡਿਫਾਈਨ ਕਰਾਂਗੇ, ਏਸਿਮੈਟ੍ਰਿਕਲ ਆਇਆ ਤੇ ਇਹਨੂੰ ਡਿਫਾਈਨ ਕਰਾਂਗੇ। ਠੀਕ ਹੈ, ਬਟ ਜੇ क्वेश्चन च कुछ भी ना आया, सिंपल तुहानू आया कि तुसी ये सैमी कन्वर्टर डिफाइन करना है आर लोड च या RL लोड च, फिर तुसी सिमेट्रिकल वाला कर सकते हो। ठीक है, सिंगल जो आप पहली बार करांगे ਉਹਦੇ ਵਿੱਚ ਕੋਈ ਮੈਂਸ਼ਨ ਨਹੀਂ ਕੀਤਾ ਹੋਣਾ, ਤੁਸੀਂ ਉਦਾਂ ਕਹਿ ਸਕਦੇ ਹੋ ਕਿ ਸਿਮੈਟ੍ਰਿਕਲ ਕੰਫੀਗਰੇਸ਼ਨ ਜਿਹਨੂੰ ਆਪਾਂ ਡਿਫਾਈਨ ਕਰਨ ਲੱਗੇ ਹਾਂ। ਸੋ ਨੈਕਸਟ ਇਹ ਤੁਸੀਂ ਆਈ ਹੋਪ ਹੈ ਡਾਇਗਰਾਮ ਨੂੰ ਬਣਾ ਲਓਗੇ। ਇਹਦੇ ਤੇ ਹੀ ਜਿਹੜਾ ਆ ਉਹ ਟੌਪਿਕ ਟਿਕਿਆ ਹੋਇਆ ਸਾਰਾ, ਅੱਗੇ ਵੀ ਆਏਗਾ ਡਾਇਗਰਾਮ। ਆਪਾਂ ਹਾਲੇ ਸਿਮੈਟ੍ਰਿਕਲ ਬਾਰੇ ਪੜਾਂਗੇ ਅੱਜ। सिमेट्रिकल का डायग्राम अगे भी आएगा, नोट डाउन कर लेना। इंट्रोडक्शन के बारे फिर पढ़ते हैं। द लोड वोल्टेज, लोड करंट एंड इवन सप्लाई करंट वेवफॉर्म आर आइडेंटिकल फॉर बोथ दिस कंफिगरेशन। हम सिमेट्रिकल ते एसिमेट्रिकल की गल कर रहे हैं कि
ਜਿਹੜਾ ਆਊਟਪੁੱਟ ਵੋਲਟੇਜ ਆਂਦੀ ਹੈ ਜਾਂ ਆਊਟਪੁੱਟ ਕਰੰਟ ਆਂਦਾ ਹੈ, ਈਵਨ ਸਪਲਾਈ ਕਰੰਟ ਜੋ ਦੇ ਰਹੇ ਹਾਂ ਉਹ ਸਾਰਾ ਕੁਝ ਸੇਮ ਹੁੰਦਾ ਹੈ। However, SCR connected in the symmetrical configuration conduct for longer duration as compared to asymmetrical configuration. So this is the difference between symmetrical and asymmetrical configuration कि SCR ਜਿਹੜਾ use ਕੀਤੇ ਜਾਂਦੇ ਦੋਨਾਂ ਵਿੱਚ ਦੋ ਕੀਤੇ ਜਾਂਦੇ ਆ। ਜਿਹੜਾ symmetrical configuration ਹੈ ਉਹਦੇ ਵਿੱਚ longer duration ਲਈ use ਕੀਤੇ ਜਾਂਦੇ ਆ, ਮਤਲਬ ਆਪਾਂ ਜਦੋਂ switching ਨੂੰ on turn on time ਜ਼ਿਆਦਾ ਰੱਖਣਾ ਫਿਰ ਆਪਾਂ ਇਹਨੂੰ use ਕਰਦੇ ਹਾਂ symmetrical ਨੂੰ, otherwise asymmetrical configuration use ਕਰਾਂਗੇ। It is known for its inherent freewheeling action when operated with inductive loads. So basically ਇਹਦੇ ਵਿੱਚ freewheeling diode ਦੀ ਲੋਡ ਨਹੀਂ ਹੁੰਦੀ ਔਰ normally ਜਿਹੜਾ D1 ਤੇ D2 ਲੱਗੇ ਹੁੰਦੇ ਉਹ as a freewheeling diode ਕੰਮ ਕਰਦੇ ਹਨ, inductive load ਨਾਲ ਬੜਾ ਸਹੀ efficient ਕੰਮ ਕਰਦੇ ਆ। So ਇਹਨੂੰ ਆਪਾਂ inherent freewheeling action ਕਹਿੰਦੇ ਆ ਜਦੋਂ inductive load ਨਾਲ deal ਕਰਦੇ ਆ। The freewheeling takes place through the pair of SCR and diode in case of symmetrical configuration, whereas it takes place through D1 and D2 for symmetrical configuration. ਇੱਥੇ asymmetrical ਆਏਗਾ। ਸੋ ਜੇ ਉਹ symmetrical configuration 'ਚ use ਕਰ ਰਹੇ ਆ ਤਾਂ free wheeling ਜਿਹੜੀ ਆ ਉਹ SCR ਤੇ diode ਦੀ help ਨਾਲ ਹੋਏਗੀ, ਜੇ ਉਹ asymmetrical configuration use ਕਰਾਂਗੇ ਤਾਂ D1 ਤੇ D2 ਦੀ help ਨਾਲ free wheeling ਹੋਏਗੀ। free wheeling ਦਾ ਕੰਮ ਕੀ ਹੈ? continuous current operation ਰੱਖਣਾ, current ਨੂੰ continuously flow ਕਰਵਾਉਣਾ। So this is the introduction। ਅੱਗੇ ਪੜ੍ਹਦੇ ਹਾਂ symmetrical operation ਨੂੰ। ਹੁਣ ਆਪਾਂ symmetrical operation ਦੀ ਗੱਲ ਕਰਾਂਗੇ। ਇਹਨੂੰ ਵੀ ਅੱਗੇ ਦੋ ਤਰੀਕੇ ਨਾਲ define ਕੀਤਾ ਹੋਇਆ symmetrical ਨੂੰ ਵੀ, ਇੱਕ ਹੈਗਾ with R load and second ਹੈਗਾ with RL load। तो ਜਿਹੜਾ R load ਹੈ ਉਹ ਸਾਨੂੰ ਪਤਾ ਕਿ ਲੋਡ ਦੇ ਉੱਤੇ ਸਿਰਫ resistance ਲਾਵਾਂਗੇ, RL load ਤੇ ਆਪਾਂ resistance ਵੀ ਲਗਾਵਾਂਗੇ ਤੇ ਇੰਡਕਟਰ ਵੀ ਲਗਾਵਾਂਗੇ, ਦੋਨਾਂ ਦਾ ਆਪਣਾ ਆਪਣਾ ਆਪਰੇਸ਼ਨ ਹੈ। ਪੇਪਰ ਵਿੱਚ R load ਦਾ ਕੱਲਾ ਵੀ ਆ ਸਕਦਾ, ਪੇਪਰ ਵਿੱਚ RL load ਦਾ ਕੱਲਾ ਵੀ ਆ ਸਕਦਾ। ਸੋ ਦੋਨੋਂ ਆਪਾਂ ਡਿਫਾਈਨ ਕਰਨੇ ਆ, ਜਿੱਦਾਂ ਲਾਸਟ ਕੀਤੇ ਸੀ ਹਾਫ ਵੇਵ ਕੰਟਰੋਲ ਰੈਕਟੀਫਾਇਰ, ਇਹ ਵੀ ਦੋਨੋਂ ਕਰਾਂਗੇ ਸਿਮੈਟ੍ਰੀਕਲ ਚ। ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਵਿਦ R load ਡਿਫਾਈਨ ਕਰਨ ਲੱਗਾ ਮੈਂ। So this is the heading, note down this: single phase symmetrical semi converter with R load। डायग्राम symmetrical configuration ਦਾ ਬਣਾਇਆ ਜਿਹਦੇ ਵਿੱਚ ਦੋ ਥਾਇਰਿਸਟਰ ਯੂਜ਼ ਕੀਤੇ ਆ, T1 T2 D1 ਤੇ D2। configuration ਏਦਾਂ ਹੀ ਲਗਾਣੀ ਹੈ, T1 ਦੇ ਡਾਇਗਨਲ ਦੇ ਵਿੱਚ ਨੀਚੇ D1, T2 ਦੇ ਡਾਇਗਨਲ ਨੀਚੇ D2, ਏਦਾਂ ਲੱਗਾ ਹੋਣਾ ਚਾਹੀਦਾ। ਤੇ ਇੱਕ ਪਾਵਰ ਸਪਲਾਈ ਦਿੱਤੀ ਇਹਨਾਂ ਦੋਨਾਂ ਲਾਈਨਸ ਦੇ ਵਿੱਚ ਤੇ ਇੱਕ ਲੋਡ ਲੱਗਾ that is R। ਆਪਾਂ ਕੁਐਸਚਨ ਵਿੱਚ ਹੀ ਦਿੱਤਾ ਹੋਇਆ ਹੈਡਿੰਗ ਵਿੱਚ ਕਿ R ਲੋਡ ਲਗਾਣਾ, ਸੋ R is the load only। ਠੀਕ ਹੈ। ਹੁਣ ਇਹਦੀ ਕੰਸਟਰਕਸ਼ਨ ਚ ਦਿੱਤਾ ਹੋਇਆ ਕਿ two thyristor T1 and T2 and two diodes D1 and D2 are connected in bridge configuration। input supply ਜਿਹੜੀ ਦਿੱਤੀ ਆਪਾਂ 230 volt 50 hertz AC supply and load R is connected across the output। so this is the construction of this diagram। ਅੱਗੇ ਚੱਲਦੇ ਹਾਂ, ਡਾਇਗਰਾਮ ਬਣਾਉਣਾ ਜ਼ਰੂਰੀ ਹੈ। ਅੱਗੇ ਚੱਲਦੇ ਹਾਂ ਦੇ ਮੋਡਸ ਬਾਰੇ, ਆਪਰੇਸ਼ਨ। ਹੁਣ ਜਿਹੜਾ ਆਪਰੇਸ਼ਨ ਹੈ ਸਾਡੇ ਕੋਲ ਪਿੱਛੋਂ ਇਨਪੁਟ ਸਪਲਾਈ ਜਿਹੜੀ ਆ ਰਹੀ that is like this, ਨਾਰਮਲ AC ਸਪਲਾਈ ਹੈ 50 hertz। तो ਇਹਦੇ ਵਿੱਚ ਪਹਿਲਾਂ ਆਪਾਂ ਪੋਜ਼ਿਟਿਵ ਹਾਫ ਸਾਈਕਲ ਦੀ ਗੱਲ ਕਰਨੀ ਹੈ, ਫਿਰ ਨੈਗੇਟਿਵ ਦੀ ਕਰਨੀ ਹੈ। ਇੱਕ ਸਾਈਕਲ ਦੀ ਆਪਾਂ ਡੀਲ ਕਰਾਂਗੇ। ਪਹਿਲਾਂ ਪੋਜ਼ਿਟਿਵ ਹਾਫ ਸਾਈਕਲ ਨੂੰ ਇਹਨਾਂ ਨੇ ਦੋ ਤਰੀਕੇ ਚ ਵੰਡਤਾ, ਦੋ ਮੋਡਸ ਵਿੱਚ, one is mode 1 other one is mode 2। तो ਪਹਿਲਾ ਮੋਡ 1 ਜੋ ਕਿ 0 ਤੋਂ ਅਲਫਾ ਤੱਕ, ਨਾਰਮਲੀ 0 ਤੋਂ ਪਾਈ ਤੱਕ ਸਾਰਾ ਹਾਫ ਸਾਈਕਲ ਕਵਰ ਅਪ ਹੋ ਜਾਣਾ, ਪਰ ਇਹਨੂੰ ਜਦੋਂ ਦੋ ਚ ਵੰਡਾਂਗੇ ਤਾਂ ਪਹਿਲਾ ਮੋਡ ਹੋਏਗਾ 0 ਤੋਂ ਅਲਫਾ ਤੱਕ ਜੋ ਕਿ ਇੱਥੇ ਦਿੱਤਾ ਹੋਇਆ। ਨੈਕਸਟ ਮੋਡ ਇਜ਼ ਅਲਫਾ ਟੂ ਪਾਈ ਤੱਕ ਜੋ ਕਿ ਇੱਥੇ ਦਿੱਤਾ, ਉਹਨੂੰ ਆਪਾਂ ਮੋਡ 2 ਦਾ ਨਾਮ ਦਵਾਂਗੇ। 0 ਤੋਂ ਅਲਫਾ ਤੱਕ ਕਿੱਦਾਂ ਬਿਹੇਵ ਕਰੇਗਾ, ਅਲਫਾ ਤੋਂ ਪਾਈ ਤੱਕ ਕਿੱਦਾਂ ਬਿਹੇਵ ਕਰੇਗਾ ਸਰਕਟ, ਉਹਦੇ ਬਾਰੇ ਡਿਸਕਸ ਕਰਾਂਗੇ। ਪਹਿਲਾ ਹੈਗਾ 0 ਤੋਂ ਅਲਫਾ ਤੱਕ, ਮੋਡ 1। ਸੋ ਮੋਡ 1 ਦੇ ਵਿੱਚ ਆਪਾਂ ਆ ਚੀਜ਼ ਡਿਸਕਸ ਕਰਾਂਗੇ। ਸਾਡੇ ਕੋਲ ਇਨਪੁਟ ਸਪਲਾਈ ਇੱਥੇ ਹੈ, ਇਹਦੇ ਵਿੱਚੋਂ ਜਿੱਥੇ ਤੱਕ ਆਪਾਂ ਗੇਟ ਪਲਸ ਨਹੀਂ ਦਿੱਤੀ 0 ਤੋਂ ਲੈ ਕੇ ਅਲਫਾ ਤੱਕ ਜਿਹੜਾ ਆਊਟਪੁੱਟ ਆ ਕੀ ਆਏਗੀ ਉਹਦੇ ਬਾਰੇ ਗੱਲ ਕਰਦੇ ਹਾਂ। ਦਿਸ ਇਜ਼ ਦਾ ਡਾਇਗਰਾਮ ਫॉर ਦਿਸ ਮੋਡ। ਇਹਦੇ ਵਿੱਚ ਕੀ ਹੈ, ਜਦੋਂ ਇੱਥੋਂ ਸਪਲਾਈ ਆਈ ਪੋਜ਼ਿਟਿਵ ਹਾਫ ਸਾਈਕਲ B ਇਨ, ਉੱਪਰ ਪੋਜ਼ਿਟਿਵ ਆ ਗਿਆ ਨੀਚੇ ਨੈਗੇਟਿਵ ਆ ਗਿਆ। ਇਹ ਪੋਜ਼ਿਟਿਵ ਇਸ ਲਾਈਨ ਦੇ ਨਾਲ ਕਨੈਕਟਡ ਹੈ, ਜਿਹੜਾ ਨੈਗੇਟਿਵ ਹੈ ਉਹ ਦੂਸਰੀ ਲਾਈਨ ਦੇ ਨਾਲ ਕਨੈਕਟਡ ਹੈ। ਸੋ ਇਹ ਕੀ ਕਰੇਗਾ, ਇਟ ਵਿਲ ਫਾਰਵਰਡ ਬਾय ਦਾ ਥਾਇਰਿਸਟਰ 1, ਥਾਇਰਿਸਟਰ 1 ਜੋ ਫਾਰਵਰਡ ਲੀਕੇਜ ਕਰੰਟ ਫਲੋ ਕਰੇਗਾ, ਹਾਲੇ ਟਰਨ ਔਨ ਨਹੀਂ ਹੋਇਆ ਬਟ ਲੀਕੇਜ ਕਰੰਟ ਜ਼ਰੂਰ ਫਲੋ ਕਰੇਗਾ। ਦੂਜਾ ਜਿਹੜਾ ਡਾਇਓਡ 1 ਹੈ ਉਹਨੂੰ ਫਾਰਵਰਡ ਬਾਇਸ ਕਰ ਦੇਗਾ। ਕਿਉਂ ਫਾਰਵਰਡ ਬਾਇਸ ਕਰੇਗਾ, because the negative terminal is connected to the cathode of this diode। ठीक है, जद कि D2 ਜਿਹੜਾ ਉਹ ਰਿਵਰਸ ਬਾਇਸ ਹੋਏਗਾ ਕਿਉਂਕਿ ਪੋਜ਼ਿਟਿਵ ਸਪਲਾਈ ਇਹਦੇ ਕੈਥੋਡ ਨਾਲ ਕਨੈਕਟਡ ਹੈ, ਉਸ ਟਾਈਮ ਤੇ ਰਿਵਰਸ ਬਾਇਸ ਹੋਏਗਾ D2। D1 ਫਾਰਵਰਡ ਬਾਇਸ ਹੋ ਗਿਆ, T1 ਫਾਰਵਰਡ ਬਾਇਸ ਹੋ ਗਿਆ, T2 ਤੇ D2 ਦੋਨੋਂ ਰਿਵਰਸ ਬਾਇਸ ਹੈ ਇਸ ਟਾਈਮ ਤੇ, ਬਟ ਹਾਲੇ ਤੱਕ ਕਰੰਟ ਫਲੋ ਨਹੀਂ ਕਰੇਗਾ। ਕਿਉਂ ਨਹੀਂ ਕਰੇਗਾ, ਬਿਕੋਜ਼ ਗੇਟ ਨੂੰ ਆਪਾਂ ਪਲਸ ਨਹੀਂ ਦਿੱਤੀ। ਠੀਕ ਹੈ, ਗੇਟ ਪਲਸ ਨਹੀਂ ਦਿੱਤੀ। ਸੋ ਇਸ ਟਾਈਮ ਤੇ I am reading here in the positive half cycle of the supply
ਥਾਇਰਿਸਟਰ T1 is forward blocking mode, ਇਹ forward blocking mode ਚ ਹੋਏਗਾ ਜਿਹਦੇ ਚ ਲੀਕੇਜ ਕਰੰਟ ਫਲੋ ਕਰੇਗਾ, ਬਟ ਥਾਇਰਿਸਟਰ T2 and D2 are reverse biased, T2 ਤੇ D2 ਦੋਨੋਂ reverse bias ਹੋਣਗੇ। the current flows through the load is 0, ਆਊਟਪੁੱਟ ਤੇ ਸਾਨੂੰ ਕੋਈ ਕਰੰਟ ਨਹੀਂ ਮਿਲੇਗਾ ਬਿਕੋਜ਼ ਇਹ ਹਾਲੇ ਓਪਨ ਸਵਿਚ ਦੀ ਤਰ੍ਹਾਂ ਕੰਮ ਕਰ ਰਿਹਾ ਥਾਇਰਿਸਟਰ, and output voltage is also 0, so ਨਾ ਸਾਨੂੰ output voltage ਮਿਲੇਗੀ ਇਸ ਪੁਆਇੰਟ ਤੇ, ਨਾ ਸਾਨੂੰ output current ਮਿਲੇਗਾ। ਕਦੋਂ ਤੱਕ ਨਹੀਂ ਮਿਲੇਗਾ? ਅਲਫਾ ਤੱਕ, ਮੋਡ 1 ਤੱਕ, ਠੀਕ ਹੈ। ਤੇ ਨੈਕਸਟ ਮੋਡ ਦੇ ਵਿੱਚ ਕੀ ਕੀਤਾ ਗਿਆ? ਅਲਫਾ ਤੋਂ ਪਾਈ ਤੱਕ ਗੱਲ ਕੀਤੀ ਗਈ। ਅਲਫਾ ਤੋਂ ਪਾਈ ਮਤਲਬ ਸਾਡੇ ਕੋਲ ਆ ਇੱਥੋਂ ਦੀ ਜਿੱਥੇ ਆਪਾਂ ਗੇਟ ਪਲਸ ਦਿੱਤੀ ਆ ਉੱਥੋਂ ਦੀ ਲੈ ਕੇ ਹਾਫ ਸਾਈਕਲ ਜਿੱਥੇ ਮੁੱਕਦਾ ਉੱਥੇ ਤੱਕ। ਹੁਣ ਗੇਟ ਪਲਸ ਦੇ ਦਿੱਤੀ ਗਈ ਹੈ ਤੇ T1 ਜਿਹੜਾ ਆ ਉਹ ਫਾਰਵਰਡ ਕੰਡਕਸ਼ਨ ਮੋਡ 'ਚ ਚਲ ਜਾਣਾ। ਸੋ ਦਿਸ T1 goes into forward conduction mode, ਇਹ ਕੀ ਕਰੇਗਾ? ਕਰੰਟ ਨੂੰ ਪਾਸ ਕਰ ਦੇਗਾ ਇਧਰੋਂ। ਹੁਣ ਜਦੋਂ ਕਰੰਟ ਪਾਸ ਹੋਏਗਾ ਤੇ ਇਧਰੋਂ ਦੀ ਜਾਂਦਾ ਹੋਇਆ ਕਰੰਟ ਦੀ ਡਾਇਰੈਕਸ਼ਨ ਦਿੱਤੀ ਹੈ ਡਾਟਡ ਲਾਈਨਸ ਵਿੱਚ, ਇਹ R ਵੱਲੋਂ ਹੁੰਦਾ ਹੋਇਆ D1 ਤੋਂ ਹੁੰਦਾ ਹੋਇਆ ਵਾਪਸ ਆਏਗਾ। ਮਤਲਬ D1 ਤੇ T1 ਦੋਨੋਂ ਔਨ ਹੋਣਗੇ, T2 ਤੇ D2 ਦੋਨੋਂ ਆਫ ਹੋਣਗੇ, ਠੀਕ ਹੈ। ਤੇ ਸਾਡੇ ਕੋਲ ਕਰੰਟ ਜਿਹੜਾ ਆ ਉਹ ਲੋਡ ਦੇ ਉੱਤੇ ਮਿਲ ਜਾਏਗਾ। ਆ ਲਾਈਨ ਨਹੀਂ ਨੋਟ ਕਰਨੀ, ਦਿਸ ਇਜ਼ ਨਾਟ ਫॉर ਯੂ। R ਦੇ ਉੱਤੇ ਸਾਨੂੰ ਕਰੰਟ ਕੀ ਮਿਲੇਗਾ? ਜੋ ਇਨਪੁਟ ਤੇ ਦੇ ਰਹੇ ਆਪਾਂ, ਠੀਕ ਹੈ। ਸੋ ਇਹੀ ਮੋਡ ਦਾ ਕੰਮ ਹੈ। The thyristor T1 is triggered at firing angle alpha. The current flows through the load. Output voltage and current both are positive. ਇਸ ਪੁਆਇੰਟ ਤੇ ਆ ਕੇ ਜਿੱਥੇ ਸਾਨੂੰ firing angle ਮਿਲ ਜਾਂਦਾ ਹੈ, ਆ ਪੁਆਇੰਟ, ਇੱਥੇ ਸਾਨੂੰ ਆਊਟਪੁੱਟ ਕੀ ਮਿਲ ਰਹੀ ਹੈ? ਆਊਟਪੁੱਟ ਵੋਲਟੇਜ ਸਾਨੂੰ ਪੋਜ਼ਿਟਿਵ ਮਿਲੇਗੀ। ਜਿੱਦਾਂ ਸਾਨੂੰ ਇਨਪੁਟ ਵੋਲਟੇਜ ਮਿਲ ਰਹੀ ਉਦਾਂ ਹੀ ਆਊਟਪੁੱਟ ਵੋਲਟੇਜ ਮਿਲੇਗੀ, ਤੇ ਜਿੱਦਾਂ ਸਾਨੂੰ ਆਊਟਪੁੱਟ ਵੋਲਟੇਜ ਮਿਲ ਰਹੀ ਉਨਾ ਹੀ ਕਰੰਟ ਮਿਲੇਗਾ। ਐਦਾਂ ਕਿਉਂ ਮਿਲੇਗਾ? ਬਿਕੋਜ਼ ਆਫ ਦਿਸ ਆਰ ਲੋਡ। ਆਰ ਲੋਡ ਦੇ ਵਿੱਚ ਕੋਈ ਫੇਸ ਦਾ ਚੇਂਜ ਨਹੀਂ ਆਏਗਾ, ਜੋ ਵੋਲਟੇਜ ਚੇਂਜ ਆਏਗਾ ਉਹੀ ਕਰੰਟ 'ਚ ਚੇਂਜ ਆਏਗਾ। ਸੋ ਦਿਸ ਵਿਲ ਬੀ ਦਾ ਆਊਟਪੁੱਟ ਆਫ ਹਾਫ ਵੇਵ ਸਾਈਕਲ। ਇਹ ਪੋਜ਼ਿਟਿਵ ਸਾਈਕਲ ਦੀ ਗੱਲ ਕਰ ਰਹੇ ਸੀ ਹਾਲੇ ਤੱਕ, ਠੀਕ ਹੈ। ਅੱਗੇ ਚੱਲਦੇ ਹਾਂ ਨੈਗੇਟਿਵ ਹਾਫ ਸਾਈਕਲ ਵੱਲ। ਪੋਜ਼ਿਟਿਵ ਕੰਪਲੀਟ ਹੋ ਗਿਆ, ਹੁਣ ਆਪਾਂ ਨੈਗੇਟਿਵ ਦੀ ਗੱਲ ਕਰਾਂਗੇ। ਆ ਸਾਡਾ ਕੰਪਲੀਟ ਹੋ ਗਿਆ। ਨੈਗੇਟਿਵ ਜਿਹੜਾ ਸਾਡਾ ਪਾਈ ਤੋਂ ਲੈ ਕੇ 2 ਪਾਈ ਤੱਕ ਹੁੰਦਾ, ਇਹਨੂੰ ਵੀ ਦੋ ਮੋਡ ਦੇ ਵਿੱਚ ਕਨਵਰਟ ਕੀਤਾ, ਪਾਈ ਤੋਂ ਲੈ ਕੇ ਪਾਈ ਪਲਸ ਅਲਫਾ ਤੱਕ। ਦਿਸ ਇਜ਼ ਪਾਈ ਪਲਸ ਅਲਫਾ, ਐਂਡ ਪਾਈ ਪਲਸ ਅਲਫਾ ਤੋਂ ਲੈ ਕੇ 2 ਪਾਈ ਤੱਕ ਅਲੱਗ ਮੋਡ। ਸੋ ਦਿਸ ਇਜ਼ ਮੋਡ 3, ਦਿਸ ਇਜ਼ ਮੋਡ 4। ਇਹਨਾਂ ਦੋਨਾਂ ਦੇ ਵਿੱਚ ਨੈਗੇਟਿਵ ਹਾਫ ਸਾਈਕਲ ਨੂੰ ਵੰਡਿਆ ਗਿਆ, ਅਲੱਗ-ਅਲੱਗ ਇਫੈਕਟ ਹੋਣਗੇ ਦੋਨਾਂ ਦੇ। ਮੋਡ 3 ਵਿੱਚ ਕਿੱਦਾਂ ਕੰਮ ਕਰ ਰਿਹਾ ਉਹਦੇ ਬਾਰੇ ਗੱਲ ਕਰਦੇ ਹਾਂ। ਮੋਡ 3 ਵਿੱਚ ਕੀ ਹੈ? ਸਾਡੇ ਕੋਲ ਆ ਨੈਗੇਟਿਵ ਹਾਫ ਸਾਈਕਲ ਹੈ, ਇੱਥੋਂ ਦੀ ਸ਼ੁਰੂ ਹੋ ਕੇ ਪਾਈ ਤੋਂ ਲੈ ਕੇ ਉਦੋਂ ਤੱਕ ਆਪਾਂ ਚਲਾਣਾ ਜਦੋਂ ਤੱਕ ਆਪਾਂ ਦੂਜੇ ਥਾਇਰਿਸਟਰ ਨੂੰ ਟਰਨ ਔਨ ਨਹੀਂ ਕਰ ਦਿੰਦੇ, ਜਿਹਨੂੰ ਆਪਾਂ ਪਾਈ ਪਲਸ ਅਲਫਾ ਦਾ ਨਾਮ ਦਿੱਤਾ ਗਿਆ। ਹੁਣ ਹੋਣਾ ਕੀ ਹੈ? ਜਦੋਂ ਰਿਵਰਸ ਬਾਇਸ ਆਈ ਸਪਲਾਈ ਇੱਥੋਂ, ਇਹ ਟਰਮੀਨਲ ਨੈਗੇਟਿਵ ਹੋ ਜਾਣਾ, ਨੀਚੇ ਵਾਲਾ ਟਰਮੀਨਲ ਪੋਜ਼ਿਟਿਵ ਹੋ ਜਾਣਾ। ਜਿਹੜਾ ਨੈਗੇਟਿਵ ਟਰਮੀਨਲ ਹੈ ਉਹ ਇੱਥੇ ਸ਼ੋ ਹੋਏਗਾ, ਪੋਜ਼ਿਟਿਵ ਟਰਮੀਨਲ ਦੂਜੀ ਲਾਈਨ ਤੇ ਸ਼ੋ ਹੋਏਗਾ। ਜਦੋਂ ਇਹ ਪੋਜ਼ਿਟਿਵ ਹੋਇਆ ਤੇ ਇਹਨੇ ਕੀ ਕਰਨਾ? ਥਾਇਰਿਸਟਰ 2 ਨੂੰ ਫਾਰਵਰਡ ਬਾਇਸ ਕਰ ਦੇਣਾ। ਥਾਇਰਿਸਟਰ 2 ਤੋਂ ਹੁੰਦਾ ਹੋਇਆ ਇਹ ਡਾਇਓਡ 2 ਨੂੰ ਫਾਰਵਰਡ ਬਾਇਸ ਕਰ ਦੇਗਾ। ਸੋ ਇੱਥੇ ਡਾਇਓਡ 2 ਫਾਰਵਰਡ ਬਾਇਸ ਹੋ ਜਾਏਗਾ। ਡਾਇਓਡ 1 ਤੇ ਥਾਇਰਿਸਟਰ 1, T1 ਤੇ D1 ਇਹ ਦੋਨੋਂ ਰਿਵਰਸ ਬਾਇਸ ਹੋਣਗੇ ਇਸ ਟਾਈਮ ਤੇ, ਠੀਕ ਹੈ। So diode 2 forward bias क्यों होया? Because negative supply is given to the cathode here. So this will be forward bias, but thyristor हाले turn on नहीं हैगा, so साडे कोल output ते कुछ नहीं आएगा, but एक forward bias हो जाएगा and forward blocking mode च आ जाएगा. So this is the mode 3 only. During negative half cycle, T1 is reverse bias, T2 is forward blocking mode, so act as an open circuit. Output voltage and output current both are 0. साडे कोल output की मिलेगी? ਹੁਣ देखो negative half cycle दे विच, this is negative half cycle. ਇਹਦੇ ਵਿੱਚ ਸਾਨੂੰ ਇੱਥੇ ਕੁਝ ਆਊਟਪੁੱਟ ਨਹੀਂ ਮਿਲੇਗੀ ਉਸ ਟਾਈਮ ਤੇ, ਨਾ ਆਊਟਪੁੱਟ ਵੋਲਟੇਜ ਤੇ ਨਾ ਆਊਟਪੁੱਟ ਕਰੰਟ ਮਿਲੇਗਾ। ਮੋਡ 3 ਦੇ ਵਿੱਚ ਕੁਝ ਨਹੀਂ ਮਿਲੇਗਾ। ਉਸ ਤੋਂ ਬਾਅਦ ਆ ਜਾਂਦਾ ਮੋਡ 4। ਮੋਡ 4 ਚ ਕੀ ਹੋਇਆ? ਮੋਡ 4 ਕਿੱਥੋਂ ਦੀ ਕਿੱਥੇ ਤੱਕ ਹੈ? ਆ ਸਾਡੇ ਕੋਲ ਨੈਗੇਟਿਵ ਹਾਫ ਸਪਲਾਈ ਸੀ, ਪਾਈ ਤੋਂ ਲੈ ਕੇ ਪਾਈ ਪਲਸ ਅਲਫਾ ਤੱਕ ਆਪਾਂ ਮੋਡ 3 ਪੜ ਲਿਆ। ਹੁਣ ਪਾਈ ਪਲਸ ਅਲਫਾ ਤੋਂ ਲੈ ਕੇ 2 ਪਾਈ ਤੱਕ ਸਾਡੇ ਕੋਲ ਮੋਡ 4 ਹੈ। ਇਹ ਪਲਸ ਅਲਫਾ ਕਿਉਂ ਦਿੱਤਾ ਗਿਆ? ਜਿੱਥੇ ਆਪਾਂ ਥਾਇਰਿਸਟਰ 2 ਨੂੰ ਟਰਨ ਔਨ ਕਰਨਾ, ਇੱਥੇ ਗੇਟ ਪਲਸ ਦਿੱਤੀ ਜਾਏਗੀ ਇਸ ਟਾਈਮ। तो गेट पल्स जो दी गई है टर्न ऑन हो जाना, फॉरवर्ड कंडक्शन स्टेट पे आ जाना। मैं इत्थे लिखन लगा दिस विल बी इन फॉरवर्ड कंडक्शन स्टेट। एक करंट नू पास कर देगा सारा शॉर्ट सर्किट होके, सारा करंट इधरों दी हुंदा होया, इत्थों दी हुंदा होया, T2 तो हुंदा होया D2 वालों पास करदा वापस सप्लाई वाल आएगा। तो सानू आउटपुट वोल्टेज मिलेगी उस टाइम ते की मिलेगी? पॉजिटिव ही मिलेगी, क्योंकि सेम डायरेक्शन विच करंट फ्लो कर रहा सी जिद्दां पहले मोड च कर रहा सी। So T2 is triggered, it start conducting with diode D2 and become forward bias. The current I, output current flows through the load T2 and D2. सानू जिहड़ी आउटपुट मिलेगी इस टाइम ते वो सानू फॉरवर्ड मोड च मिलेगी, मतलब वो सानू सेम डायरेक्शन च मिलेगी जिद्दां पहले हाफ साइकिल च मिली सी, ऐदां मिलेगी सानू।
this is VO and this is IO, ठीक है। कित्थों टर्न ऑन हुई, पाई प्लस अल्फा तो, so this is mode 4। उस तो बाद जे मैं वेव फॉर्म की गल करा सारी चीज क्लीयर हो जाएगी सानू। दिस इज द V in सप्लाई जो कि हाफ साइकिल, पॉजिटिव हाफ साइकिल इत्थे है ते नेगेटिव हाफ साइकिल इत्थे है, सिर्फ इन्नी गल करांगे बाकी रिपीट होंदा रहेगा। पहला 0 तो अल्फा तक फर्स्ट मोड है, दिस इज मोड 1। ਇੱਥੇ ਕੀ ਹੈ, ਨਾ ਸਾਨੂੰ ਕੋਈ ਆਊਟਪੁੱਟ ਮਿਲ ਰਹੀ ਹੈ, ਵੋਲਟੇਜ ਮਿਲ ਰਹੀ, ਨਾ ਆਊਟਪੁੱਟ ਕਰੰਟ ਮਿਲ ਰਿਹਾ ਸੀ। ਫਿਰ ਅਲਫਾ ਤੋਂ ਪਾਈ ਤੱਕ ਸਾਨੂੰ ਗੇਟ ਪਲਸ ਦਿੱਤੀ ਗਈ, ਗੇਟ ਪਲਸ ਦੇਣ ਤੇ ਸਾਨੂੰ ਆਊਟਪੁੱਟ ਮਿਲੀ ਫਰੋਮ T1 ਐਂਡ D1, T1 ਤੇ D1 ਦੋਨੋਂ ਫਾਰਵਰਡ ਬਾਇਸ ਹੋ ਗਏ ਤੇ ਸਾਨੂੰ ਜਿੱਦਾਂ ਇਨਪੁਟ ਸੀਗੀ ਸੇਮ ਆਊਟਪੁੱਟ ਇੱਥੇ ਮਿਲਣੀ ਸ਼ੁਰੂ ਹੋ ਗਈ ਤੇ ਕਰੰਟ ਵੀ ਸਾਨੂੰ ਸੇਮ ਮਿਲੇਗਾ ਬਿਕੋਜ਼ ਆਫ ਆਰ ਲੋਡ। रेजिस्टेंस लोड है, रेजिस्टिव लोड है तो कोई चेंज नहीं आएगा फेस विच, सेम आउटपुट करंट मिलेगा। जिद्दां ही साइकिल चेंज होया टर्न ऑफ हो जाना है T1 ने नैचुरल कम्यूटेशन करके ते जिहड़ा T2 है उन्हें फॉरवर्ड बायस हो जाना पर हाले टर्न ऑन नहीं होना, ठीक है। वो कदों टर्न ऑन होएगा मोड 4 दे विच जदों आपां गेट पल्स दवांगे इनू भी, ठीक है। पाई तो लैके पाई प्लस अल्फा तक इन्हें ना आउटपुट वोल्टेज देनी है ना आउटपुट करंट देना, पर मोड 4 जिथे ही उन्होंने पल्स मिली पाई प्लस अल्फा ते उत्थे दोबारा सानू फॉरवर्ड वोल्टेज पॉजिटिव वोल्टेज ते पॉजिटिव करंट मिलेगा, बट बिकॉज ऑफ T2 एंड D2 उस टाइम ते T2 ते D2 कंडक्ट करनगे, इस करके इत्थे T2 ते D2 लिखिया। हुण सानू जिहड़ी आउटपुट मिल रही है ਇਹਦੇ ਵਿੱਚ ਸਾਨੂੰ फुल साइकिल ਦੀ ਮਿਲ ਰਹੀ ਹੈ, ਇਸ ਕਰਕੇ फुल वेव कंट्रोल्ड रेक्टिफायर किया होया है, ठीक है। बेसिकली की है ਸਾਨੂੰ ਦੋਨੋਂ ਸਾਈਕਲਸ ਤੇ ਆਊਟਪੁੱਟ ਮਿਲ ਰਹੀ ਹੈ ਤੇ ਇਹਨੂੰ ਬਾਅਦ ਚ ਆਪਾਂ ਸਮੂਥ ਕਰਕੇ DC ਆਊਟਪੁੱਟ ਲੈ ਸਕਦੇ ਹਾਂ। ਸੋ ਇਟ ਇਜ਼ ਅ ਰੈਕਟੀਫਾਇਰ ਵਿਚ ਕਨਵਰਟਸ ਅ AC ਇਨਟੂ DC। ਇਹਦੀ ਐਫੀਸ਼ੀਐਂਸੀ ਜਿਹੜੀ ਆ ਉਹ ਹਾਫ ਵੇਵ ਕੰਟਰੋਲ ਰੈਕਟੀਫਾਇਰ ਤੋਂ ਜ਼ਿਆਦਾ ਹੋਏਗੀ। ਇਹਦੇ ਵਿੱਚ 2 ਥਾਇਰਿਸਟਰ ਤੇ 2 ਡਾਇਓਡਸ ਯੂਜ਼ ਕਰਾਂਗੇ, ਠੀਕ ਹੈ। ਆਈ ਹੋਪ ਇੱਥੇ ਤੱਕ ਕਲੀਅਰ ਹੋ ਗਿਆ ਹੋਵੇ ਸਾਰਿਆਂ ਨੂੰ। ਕਨਫਰਮੇਸ਼ਨ ਦੇ ਦਿਓ ਅਗਰ ਕਲੀਅਰ ਹੋ ਗਿਆ। सर ਹਾਂਜੀ सर एक बार वो सर्किट डायग्राम बना दो दो। ਮੇਨ ਸਰਕਟ ਡਾਇਗਰਾਮ, हाँ जी वो जड़ा वेव तो पहले सर्किट डायग्राम सी ना ਆ वो ਵਾਲਾ। बना दो दो। हाँ जी ਹਾਂਜੀ ਇਹਦੇ ਵਿੱਚ ਬੇਟਾ 2 ਥਾਇਰਿਸਟਰ ਯੂਜ਼ ਕੀਤੇ ਆਪਾਂ, 2 ਡਾਇਓਡ ਯੂਜ਼ ਕੀਤੇ ਆ। ਐਸੇ ਕੰਫੀਗਰੇਸ਼ਨ ਯੂਜ਼ ਕਰਾਂਗੇ ਬਿਕੋਜ਼ ਸਿਮੈਟ੍ਰੀਕਲ ਚ ਇਦਾਂ ਹੀ ਕਰਨਾ ਆਪਾਂ। ਇੱਕ ਟਾਈਮ ਤੇ T1 ਤੇ D1 ਨੇ ਟਰਨ ਆਨ ਹੋਣਾ ਇੱਕ ਸਾਈਕਲ ਚ, ਦੂਜੇ ਸਾਈਕਲ ਵਿੱਚ T2 ਤੇ D2 ਨੇ ਟਰਨ ਆਨ ਹੋਣਾ। ਸਾਨੂੰ ਆਊਟਪੁੱਟ ਦੋਨੋਂ ਸਾਈਕਲ ਚ ਮਿਲਣੀ ਹੈ, ਇੱਕ ਵਾਰ T1 ਤੇ D1 ਕਰਕੇ, ਇੱਕ ਵਾਰ T2 ਤੇ D2 ਕਰਕੇ, ਠੀਕ ਹੈ। ਆਊਟਪੁੱਟ ਵੇਵ ਸਾਨੂੰ ਇਦਾਂ ਦੀ ਮਿਲੇਗੀ। 4 ਮੋਡਸ ਵਿੱਚ ਕੰਮ ਕਰਨਗੇ, ਮੋਡ 1 ਮੋਡ 2 ਪਹਿਲੇ ਹਾਫ ਸਾਈਕਲ ਲਈ ਹੈ, ਮੋਡ 3 ਤੇ ਮੋਡ 4 ਦੂਜੇ ਹਾਫ ਸਾਈਕਲ ਲਈ ਕੰਮ ਕਰੇਗਾ। नीचे ਦਿੱਤੇ ਹੋਏ ਮੋਡ 1 ਮੋਡ 2 ਕਦੋਂ ਤੱਕ ਹੈ, ਮੋਡ 3 ਕਦੋਂ ਤੱਕ ਹੈ, ਮੋਡ 4 ਕਦੋਂ ਤੱਕ ਹੈ। ਸੋ ਵੇਵ ਫਾਰਮ ਤੋਂ ਸਾਰਾ ਕੁਝ ਵੈਸੇ ਤਾਂ ਜਸਟੀਫਾਈ ਹੋ ਜਾਂਦਾ ਪਰ ਆਪਾਂ ਕੱਲਾ ਕੱਲਾ ਮੋਡ ਜਸਟੀਫਾਈ ਕਰਨਾ ਹੈ ਲਿਖ ਕੇ। ਹਾਂਜੀ ਅੱਗੇ ਨੈਕਸਟ ਕੋਈ ਕੁਐਰੀ ਬੇਟਾ ਇਹਦੇ ਰਿਲੇਟਡ। एनीवन सारे ਨੂੰ समझ आ गया। सर वेव के ऊपर नीचे लगती कौन सा बेटा वेव फॉर्म जा रही जेडी ऊपर उधर हाँ जी। नीचे आ वाली बीओ वो कह रहे हो समझा क्या आईओ कह रहे? नहीं नहीं आईएस आईओ आईएस अच्छा आ वाली दिस इज द गेट आईएस पल्स। हाँ जी ਇਹ ਗੇਟ ਪਲਸ ਹੈ। ਗੇਟ ਪਲਸ ਹੁੰਦਾ ਜਦੋਂ ਆਪਾਂ ਕਿਸੇ ਥਾਇਰਿਸਟਰ ਨੂੰ ਔਨ ਕਰਨਾ, ਐਸਸੀਆਰ ਨੂੰ ਟਰਨ ਔਨ ਕਰਨ ਲਈ ਆਪਾਂ ਪਲਸ ਦਵਾਂਗੇ ਇੱਥੇ, ਠੀਕ ਹੈ। ਐਸਸੀਆਰ ਨੇ ਉਨੀ ਦੇਰ ਤੱਕ ਕਰੰਟ ਨੂੰ ਪਾਸ ਨਹੀਂ ਕਰਨਾ ਜਿੰਨੀ ਦੇਰ ਤੱਕ ਗੇਟ ਪਲਸ ਨਹੀਂ ਮਿਲਣੀ ਤੇ ਇਸ ਪੁਆਇੰਟ ਤੇ ਆਪਾਂ ਗੇਟ ਪਲਸ ਦੇਣੀ ਹੈ। ਇਹਨੂੰ ਆਈਐਸ ਦੀ ਜਗ੍ਹਾ ਤੁਸੀਂ ਆਈਜੀ ਲਿਖ ਲਓਗੇ, ਦੈਟ ਵਿਲ ਬੀ ਮੋਰ ਓਕੇ, ਠੀਕ ਹੈ। ਆਈਜੀ ਦਾ ਮਤਲਬ ਗੇਟ ਕਰੰਟ। ਜਿੱਦਾਂ ਹੀ ਗੇਟ ਕਰੰਟ ਦਿੱਤਾ ਇਹਨੇ ਟਰਨ ਔਨ ਹੋ ਜਾਣਾ, ਟਰਨ ਔਨ ਹੋ ਗਿਆ ਤੇ ਸਾਰੀ ਇਨਪੁਟ ਜਿਹੜੀ ਆਊਟਪੁੱਟ ਤੇ ਸ਼ੋ ਹੋਣੀ ਸ਼ੁਰੂ ਹੋ ਜਾਣੀ, ठीक है। 2 ਥਾਇਰਿਸਟਰ ਹੈ, ਇੱਕ ਕਰਦਾ ਪਿਆ ਪੋਜ਼ਿਟਿਵ ਹਾਫ ਸਾਈਕਲ ਲਈ ਕੰਮ, ਇੱਕ ਕਰਦਾ ਪਿਆ ਨੈਗੇਟਿਵ ਹਾਫ ਸਾਈਕਲ ਲਈ। ਦੋਨਾਂ ਨੂੰ ਟਰਨ ਔਨ ਕਰਾਂਗੇ ਆਪਣੇ ਆਪਣੇ ਜ਼ੋਨ, ਠੀਕ ਹੈ। ठीक है सर ਸਮਝ ਆ ਗਿਆ ਬਾਕੀ ਸਾਰਿਆਂ ਨੂੰ? ਓਕੇ ਹੁਣ ਇਹਦੇ ਹੀ ਅੱਗੇ ਇੱਕ ਟੌਪਿਕ ਹੋਰ ਹੈ। ਇਹਦੇ ਵਿੱਚ ਕੀ ਆ, ਆਪਾਂ ਆਰ ਲੋਡ ਦੀ ਜਗ੍ਹਾ ਆਰਐਲ ਲੋਡ ਲੈ ਲਿਆ ਹੁਣ। ਸੋ ਸੇਮ ਟੌਪਿਕ ਬਟ ਦਾ ਲੋਡ ਚੇਂजेस। ਲੋਡ ਚੇਂਜ ਹੋਣ ਨਾਲ ਕੀ ਹੋਏਗਾ, ਆਊਟਪੁੱਟ ਦੇ ਵਿੱਚ ਜਿਹੜਾ ਸਾਨੂੰ ਥੋੜਾ ਜਿਹਾ ਚੇਂजेस ਆਣਗੇ। ਉਹ ਚੇਂजेस ਕੀ ਆਣਗੇ ਮੈਂ ਇਹਦੇ ਵਿੱਚ ਤੁਹਾਨੂੰ ਸਮਝਾਉਂਗਾ। ਬੇਸਿਕਲੀ ਇਹ ਲੋਡ ਮੋਟਰ ਦਾ ਲੋਡ ਹੈ। ਜਿਹੜਾ ਸਾਨੂੰ ਰੈਜ਼ਿਸਟੈਂਸ ਲੋਡ ਮਿਲਿਆ ਸੀ ਇੱਕ ਸਿੰਪਲ ਲੋਡ ਸੀ, ਜਿਹੜਾ ਬਲਬ ਦਾ ਕਹਿ ਸਕਦੇ ਆ, ਫੈਨ ਦਾ ਕਹਿ ਸਕਦੇ, ਫੈਨ ਨਹੀਂ, ਫੈਨ ਵੀ ਮੋਟਰ ਹੁੰਦੀ ਹੈ, ਨਾਰਮਲੀ ਬਲਬ ਕਹਿ ਸਕਦੇ ਆ, ਜਾਂ ਇਦਾਂ ਦੇ ਲੋਡ ਜਿਹਦੇ 'ਚ ਕੋਈ ਇੰਡਕਟੈਂਸ ਕੋਇਲ ਨਹੀਂ ਲੱਗੀ ਹੁੰਦੀ।
ਸੋ ਉਹ ਲੋਡ ਸੀਗਾ R ਲੋਡ। ਇਹਦੇ ਵਿੱਚ ਆਪਾਂ ਸੇਮ ਸਿਮਿਲਰ ਸਰਕਟ ਨੂੰ ਵਿਦ ਦਾ RL ਲੋਡ ਪੜਾਂਗੇ। ਸਰਕਟ ਡਾਇਗਰਾਮ ਸੇਮ ਹੈ, T1 ਤੇ D1 diagonally connected ਹੈ ਤੇ T2 ਤੇ D2 diagonally connected ਹੈ ਆਪਸ ਵਿੱਚ, but the load changes here, R ਤੇ L ਦੋਨੋਂ ਚੀਜ਼ਾਂ ਲੱਗ ਗਈਆਂ। ਹੋਣਾ ਕੀ ਹੈ ਪੜਦੇ ਹਾਂ ਇਹਦੇ ਬਾਰੇ। In this semi converter circuit, two thyristor T1 and T2 and two diodes D1 and D2 are connected in the bridge configuration। ਇਹਦੇ ਵਿੱਚ ਵੀ same circuit ਲੱਗਿਆ ਉਹ ਕਹਿ ਰਹੇ। Normally this semi converter are used to drive the DC motor। ਹੁਣ ਇਹ basically ਇਸ circuit ਨੂੰ ਆਪਾਂ ਉਦੋਂ use ਕਰਾਂਗੇ ਜਦੋਂ ਸਾਡੇ ਕੋਲ load ਦੇ ਵਿੱਚ DC motor ਲੱਗੀ ਹੋਏਗੀ। DC motor 'ਚ ਸਾਨੂੰ ਪਤਾ ਕਿ coil ਵੀ ਹੋਏਗੀ ਤੇ resistance ਵੀ ਹੋਏਗੀ। So which are basically inductive load। The current flows continuously in the load because of inductive effect। ਹੁਣ ਇਹਦੇ ਵਿੱਚ ਜਿਹੜਾ current flow ਕਰੇਗਾ in this circuit ਉਹ continuous ਹੋਏਗਾ, ਜਦ ਕਿ ਹੁਣੇ ਆਪਾਂ ਲਾਸਟ ਜਿਹੜੀ ਵੇਵਫਾਰਮ ਪੜ੍ਹੀ ਹੈ ਇਹਦੇ ਵਿੱਚ ਕਰੰਟ ਕੰਟੀਨਿਊਸ ਨਹੀਂ ਜਾ ਰਿਹਾ। ਤੁਸੀਂ ਲਾਸਟ ਆਈਓ ਦੇਖ ਸਕਦੇ ਹੋ, ਵਿੱਚ ਬ੍ਰੇਕ ਹੋ ਰਿਹਾ, ਬ੍ਰੇਕ ਦਾ ਮਤਲਬ ਉਹ ਜ਼ੀਰੋ ਹੋ ਰਿਹਾ। ਸੋ ਦਿਸ ਇਜ਼ ਡਿਸਕੰਟੀਨਿਊਸ ਫਾਰਮ। ਪਰ RL ਲੋਡ ਦੇ ਵਿੱਚ ਕੰਟੀਨਿਊਸ ਕਰੰਟ ਫਲੋ ਕਰੇਗਾ। ਕਿੱਦਾਂ ਕਰੇਗਾ ਉਹਨੂੰ ਆਪਾਂ ਹੁਣੇ ਮੋਡਸ ਦੇ ਵਿੱਚ ਪੜਾਂਗੇ ਅਗੇਨ। ਸੋ ਅੱਗੇ ਚੱਲਦੇ ਹਾਂ। ਪਹਿਲਾਂ ਉਹੀ ਸਾਡੇ ਕੋਲ ਦੋ ਸਾਈਕਲ ਆਣੇ ਇਹਦੇ ਵਿੱਚ ਵੀ ਪਿੱਛੋਂ ਇਨਪੁਟ ਸਪਲਾਈ ਦੇ, ਇੱਕ ਆਣਾ ਪੋਜ਼ਿਟਿਵ ਹਾਫ ਸਾਈਕਲ, ਇੱਕ ਆਣਾ ਨੈਗੇਟਿਵ ਹਾਫ ਸਾਈਕਲ। ਪੋਜ਼ਿਟਿਵ ਹਾਫ ਸਾਈਕਲ ਨੂੰ ਦੋ ਮੋਡ 'ਚ ਕਨਵਰਟ ਕੀਤਾ ਗਿਆ, ਮੋਡ 1 ਤੇ ਮੋਡ 2 'ਚ। ਮੋਡ 1 ਜਿਹੜਾ ਹੈ ਉਹ 0 ਤੋਂ ਅਲਫਾ ਤੱਕ, ਮੋਡ 2 ਅਲਫਾ ਤੋਂ ਪਾਈ ਤੱਕ, ਮੋਡ 3 ਸਾਡਾ ਪਾਈ ਟੂ ਪਾਈ ਪਲਸ ਅਲਫਾ ਤੱਕ, ਐਂਡ ਮੋਡ 4 ਪਾਈ ਪਲਸ ਅਲਫਾ ਤੋਂ 2 ਪਾਈ ਤੱਕ ਹੋਏਗਾ। तो पहला पॉजिटिव हाफ साइकिल की गल करते हैं 0 टू पाई। तो पहला मोड है 0 तो अल्फा, दूजा मोड है अल्फा टू पाई। मोड 1 च की होया सेम वही चीज होनी, हाले तक कोई चेंजेस नहीं आने, जो पहला होए सी वही होना कि थायरिस्टर 1 ते डायोड 1 दोनों फॉरवर्ड बायस होने हैं, बट ये हाले एक्टिवेट नहीं होने। दोनों क्यों नहीं एक्टिवेट होने? बिकॉज फॉरवर्ड ब्लॉकिंग मोड है, हाले तक गेट पल्स नहीं दी गई है, ठीक है, क्योंकि 0 तो लैके अल्फा तक कोई आप गेट पल्स नहीं दे रहे। So होना की है in this positive half cycle of supply, thyristor T1 is in forward blocking mode, but thyristor T2 and D2 are reverse bias। जेड़ा T2 and D2 है दोनों reverse bias होने हैं, इधरों कुछ नहीं करंट जाना। जेड़ी सानू आउटपुट मिलनी है उस टाइम ते वो करंट भी जीरो होना ते आउटपुट वोल्टेज भी जीरो होनी, मतलब no current will flow and no output voltage will be given at the output side। पहला मोड हो गया। दूजे मोड च की होना, इनू गेट पल्स मिल जानी, अल्फा ते उत्ते फायरिंग एंगल दे उत्ते इनू गेट पल्स मिल गई, टर्न ऑन हो जाना। दिस विल बी इन द फॉरवर्ड कंडक्शन मोड। इत्थे मैं नोट कर रहा। सो फॉरवर्ड कंडक्शन मोड तो बाद करंट इत्थों दी फ्लो करेगा, डायरेक्शन दित्ती हुई है डॉटेड दे विच लाइंस विच, ये फ्लो करदा करदा RL लोड वालों हुंदा D1 वालों हुंदा वापस आएगा। सो क्लोज सर्किट मिल गया, करंट फ्लो करना शुरू हो गया। The thyristor 1 is triggered at firing angle alpha, the current flows through load T1 and D1, आउटपुट वोल्टेज बिकम पॉजिटिव। ਇਹਦੇ ਵਿੱਚ आउटपुट वोल्टेज ਤਾਂ पॉजिटिव आ जानी ਸਾਡੇ ਕੋਲ, बट ਜਿਹੜਾ करंट है वो ਸਾਨੂੰ ਇਦਾਂ नहीं मिलेगा। बिकॉज ऑफ दिस इंडक्टर इट गेट्स चार्जिंग, ये चार्ज होना शुरू हो जाएगा तो ਸਾਨੂੰ करंट इदां मिलेगा कि इंक्रीज हो रहा करंट, ठीक है। ये फॉलो नहीं करेगा वोल्टेज ਨੂੰ, ये इंक्रीज ਹੁੰਦਾ ਹੋਏਗਾ। द आउटपुट करंट स्टार्ट इंक्रीजिंग ड्यूरिंग चार्जिंग बिकॉज ऑफ दिस इंडक्टेंस। सो ਇੱਥੇ ਲਿਖਿਆ ਹੋਇਆ चार्जिंग इंडक्टर, ਇਹ ਲਿਖਣਾ ਜ਼ਰੂਰੀ ਹੈ ਇਸ ਮੋਡ ਵਿੱਚ। ਉਸ ਤੋਂ ਬਾਅਦ ਨੈਗੇਟਿਵ ਹਾਫ ਸਾਈਕਲ ਜਿੱਦਾਂ ਹੀ ਆਇਆ, ਨੈਗੇਟਿਵ ਹਾਫ ਸਾਈਕਲ ਕਦੋਂ ਆਣਾ? ਪਾਈ ਤੋਂ ਸ਼ੁਰੂ ਹੋ ਕੇ 2 ਪਾਈ ਤੱਕ ਚੱਲੇਗਾ। ਸੋ ਪਾਈ ਤੋਂ ਪਹਿਲਾਂ ਗੱਲ ਕਰਦੇ ਆ ਪਾਈ ਪਲਸ ਅਲਫਾ ਤੱਕ, ਜਦੋਂ ਸਾਡਾ T2 ਟਰਨ ਔਨ ਕਰਨ ਦੀ ਵਾਰੀ ਆ ਜਾਣੀ ਹੈ, ਠੀਕ ਹੈ। ਮੋਡ 3 ਮੋਡ 4 ਦੇ ਵਿੱਚ ਇਹਨੂੰ ਡਿਵਾਈਡ ਕੀਤਾ। ਮੋਡ 3 ਦੇ ਵਿੱਚ ਪਾਈ ਤੋਂ ਲੈ ਕੇ ਪਾਈ ਪਲਸ ਅਲਫਾ, ਉਦੋਂ ਕੀ ਹੋਣਾ? ਮੈਂ ਇੱਥੇ ਡਾਇਗਰਾਮ ਬਣਾ ਰਿਹਾ, ਆਹ ਵਾਲੀ ਚੀਜ਼ ਬਣਨੀ ਹੈ ਪਾਈ ਤੋਂ ਪਾਈ ਪਲਸ ਅਲਫਾ। ਹੁਣ ਇਹਦੇ ਵਿੱਚ T2 ਨੂੰ ਟਰਨ ਔਨ ਨਹੀਂ ਕੀਤਾ ਗਿਆ, ਹੋਏਗਾ ਕੀ? During negative half cycle, the thyristor 1 conduct even after pi। ਇਹਦੇ ਵਿੱਚ thyristor 1 ਕੰਡਕਟ ਕਰਦਾ ਰਹੇਗਾ। ਕਿਉਂ ਕੰਡਕਟ ਕਰਦਾ ਰਹੇਗਾ ਮੈਂ ਤੁਹਾਨੂੰ ਦੱਸਦਾ। ਸਾਡੇ ਕੋਲ ਕਰੰਟ ਜਿਹੜਾ ਆ ਰਿਹਾ ਸੀ ਇਦਾਂ ਆ ਰਿਹਾ ਸੀ, ਠੀਕ ਹੈ। ਇਹ ਕੰਡਕਟਰ ਨੇ ਚਾਰਜ ਰਹਿਣਾ ਸੀ, ਜਿੱਦਾਂ ਹੀ ਪਿੱਛੋਂ ਨੈਗੇਟਿਵ ਸਪਲਾਈ ਵੀ ਆ ਗਈ, ਕੰਡਕਟ ਜਿਹੜਾ ਇਹ ਚਾਰਜ ਕੰਡਕਟਰ ਸੀਗਾ ਇਹਨੇ ਕੀ ਸੌਰੀ ਇੰਡਕਟਰ ਜਿਹੜਾ ਚਾਰਜ ਸੀਗਾ ਉਹ ਡਿਸਚਾਰਜ ਹੋਣਾ ਸ਼ੁਰੂ ਹੋਏਗਾ। ਤੇ ਜਦੋਂ ਇਹ ਡਿਸਚਾਰਜ ਹੋਣਾ, ਪਲੱਸ ਨੀਚੇ ਹੈ ਮਾਈਨਸ ਉੱਪਰ ਹੈ, ਦੈਟ ਮੀਨਸ ਇੱਧਰੋਂ ਦੀ ਡਿਸਚਾਰਜ ਹੋਏਗਾ, ਜੋ ਕਿ ਡਾਇਓਡ 1 ਨੂੰ ਤੇ ਸੌਰੀ ਜੋ ਕਿ ਡਾਇਓਡ 2 ਨੂੰ ਤੇ ਥਾਇਰਿਸਟਰ 1 ਨੂੰ ਟਰਨ ਔਨ ਰੱਖੇਗਾ। ਸੋ ਥਾਇਰਿਸਟਰ 1 ਜਿਹੜਾ ਹੈ ਉਹ ਟਰਨ ਔਨ ਰਹੇਗਾ ਫਿਲਹਾਲ ਇਨ ਦਾ ਮੋਡ 3, ਠੀਕ ਹੈ। ਫॉरवर्ड ਬਾਇਸ ਰਹੇਗਾ ਬਿਕੋਜ਼ ਆਫ ਦਿਸ ਵੋਲਟੇਜ ਇਨ ਲੋਡ ਇੰਡਕਟੈਂਸ ਦੀ ਵੋਲਟੇਜ ਜਿਹੜੀ ਹੈ ਉਹਦੇ ਅਕੋਰਡਿੰਗਲੀ, ਐਂਡ diode D2 is forward bias due to this voltage, hence current does not flow through supply, hence output voltage 0 ਹੋ ਜਾਏਗੀ। ਜਿਹੜਾ ਕਰੰਟ ਹੈ ਉਹ ਸਪਲਾਈ ਦੇ ਥਰੂ
मतलब लोड तो सप्लाई वाल फ्लो करेगा, ठीक है। सप्लाई तो करंट नहीं इधर जाएगा, लोड टू सोर्स वाल जाएगा करंट इस मोड ਦੇ ਵਿੱਚ। ਵੇਵ ਫਾਰਮ ਚ ਕੰਪਲੀਟ ਸਮਝਾਉਂਗਾ ਇਹਨੂੰ ਤੁਹਾਨੂੰ। ਮੋਡ 4 ਚ ਕੀ ਹੋ ਰਿਹਾ ਹੁਣ, ਮੋਡ 4 ਚ ਜਦੋਂ ਥਾਇਰਿਸਟਰ 2 ਨੂੰ ਟ੍ਰਿਗਰ ਕੀਤਾ ਜਾਂਦਾ, ਇਹਨੂੰ ਟ੍ਰਿਗਰ ਕੀਤਾ ਜਾਂਦਾ, ਉਸ ਟਾਈਮ ਤੇ ਡਿਸਚਾਰਜ ਹੋ ਚੁੱਕਾ ਪੂਰਾ ਐਲ ਦਾ ਐਲ, डिस्चार्ज हो गया, उधरों टर्न ऑन हो गया, इन्हें दोबारा चार्ज होना शुरू हो जाना एल ने थ्रू T2 एंड D2। T2 ते D2 दी हेल्प दे नाल आउटपुट करंट स्टार्ट्स इंक्रीजिंग ड्यूरिंग चार्जिंग। फिर वही चीज होनी है, आउटपुट वोल्टेज सानू पॉजिटिव मिलनी है इस टाइम ते ऐदा, ते जिहड़ा करंट है सानू चार्ज होना शुरू हो जाएगा, ठीक है। ਤੇ ਉਸ ਤੋਂ ਬਾਅਦ ਇਹਦੇ ਵਿੱਚ ਮੋਡ 5 ਵੀ ਡਿਫਾਈਨ ਕੀਤਾ ਗਿਆ। ਮੋਡ 5 ਕਿਉਂ ਡਿਫਾਈਨ ਕੀਤਾ ਗਿਆ ਕਿ ਜਿਹੜਾ ਸਾਨੂੰ ਕਰੰਟ ਇੰਡਕਟਰ ਚਾਰਜ ਹੋਇਆ ਸੀ ਉਹ ਡਿਸਚਾਰਜ ਹੋਣ ਨੂੰ ਟਾਈਮ ਲਏਗਾ, ਹੁਣ ਉਹ ਅਗਲੇ ਮੋਡ ਦੇ ਵਿੱਚ ਹੋਏਗਾ, that is from 2 pi to 3 pi, ਠੀਕ ਹੈ। ਇਹ ਦੁਬਾਰਾ T2 ਉਨੀ ਦੇਰ ਤੱਕ ਕੰਡਕਟ ਕਰਦਾ ਰਹੇਗਾ ਜਿੰਨੀ ਦੇਰ ਤੱਕ ਡਿਸਚਾਰਜ ਨਹੀਂ ਹੁੰਦਾ, ਬਿਕੋਜ਼ ਕਰੰਟ ਇਧਰੋਂ ਫਲੋ ਕਰੇਗਾ, ਇਦਾਂ ਘੁੰਮਦਾ ਰਹੇਗਾ D1 ਤੇ T2 ਦੇ ਵਿੱਚੋਂ, ਠੀਕ ਹੈ। ਤੇ ਉਨੀ ਦੇਰ ਤੱਕ ਇਹ ਘੁੰਮਦਾ ਰਹੇਗਾ ਜਦੋਂ ਤੱਕ ਡਿਸਚਾਰਜ ਨਹੀਂ ਹੋ ਜਾਂਦਾ। ਜਦੋਂ ਇਹ ਡਿਸਚਾਰਜ ਹੋਏਗਾ T1 ਨੂੰ ਫਿਰ ਸਪਲਾਈ ਦੇ ਦਿੱਤੀ ਜਾਏਗੀ ਤੇ वापस वही मोड शुरू हो जाएगा जो पहला मोड सीगा, ठीक है। तो दिस इज वेव फॉर्म। हुण इस वेव फॉर्म दे विच डिफरेंस की है, सिर्फ इस पॉइंट ते डिफरेंस आ रहा नीचे, ਇਹਦੇ ਵਿੱਚ ਕਰੰਟ ਸਾਨੂੰ ਕੰਟੀਨਿਊਸ ਮਿਲ ਰਿਹਾ ਬਿਕੋਜ਼ ਆਫ RL ਲੋਡ। ਇਸ ਪੁਆਇੰਟ ਤੇ ਕਰੰਟ ਕੋਈ ਨਹੀਂ ਆਏਗਾ, ਲੀਕੇਜ ਕਰੰਟ ਆਂਦਾ, ਸੋ ਆਪਾਂ ਇਹਨੂੰ ਨੈਗਲੈਕਟਿੰਗ ਫਾਰਮ ਦੇ ਵਿੱਚ ਦਿਖਾਇਆ ਹੋਇਆ। ਫਿਰ ਕਰੰਟ ਇੰਕਰੀਜ਼ ਕਰਨਾ ਸ਼ੁਰੂ ਹੋ ਜਾਂਦਾ, ਜਦੋਂ ਕਰੰਟ ਇੰਕਰੀਜ਼ ਹੋ ਗਿਆ ਪਾਈ ਤੱਕ, ਫਿਰ ਇੰਡਕਟਰ ਨੇ ਡਿਸਚਾਰਜ ਹੋਣਾ ਤੇ ਆਹ ਚੀਜ਼ ਸ਼ੋ ਕੀਤੀ ਹੋਈ ਹੈ। ਜਦੋਂ ਡਿਸਚਾਰਜ ਹੋ ਗਿਆ ਉਸ ਤੋਂ ਬਾਅਦ ਮੋਡ 4 ਸ਼ੁਰੂ ਹੋ ਜਾਣਾ, ਮੋਡ 4 ਤੇ ਇਹਨੇ ਫਿਰ ਇੰਕਰੀਜ਼ ਹੋਣਾ ਸ਼ੁਰੂ ਹੋ ਜਾਣਾ ਤੇ ਮੋਡ 5 ਜਿਹੜਾ ਇੱਥੇ ਤੱਕ ਚੱਲੇਗਾ, ਦਿਸ ਇਜ਼ ਮੋਡ 5। ਸੋ ਮੋਡ 5 ਤੇ ਉਹਨੇ ਵਾਪਸ ਡਿਸਚਾਰਜ ਹੋਣਾ, ਜਿੱਦਾਂ ਡਿਸਚਾਰਜ ਹੋਏਗਾ ਫਿਰ ਅਗਲਾ ਟ੍ਰਾਂਜ਼ਿਸਟਰ ਟਰਨ ਆਨ ਹੋ ਜਾਏਗਾ, that is ਸੌਰੀ ਥਾਇਰਿਸਟਰ ਟਰਨ ਆਨ ਹੋ ਜਾਏਗਾ, that is T1। ਸੋ T1 D1 ਇੱਥੇ ਯੂਜ਼ ਹੋਣਾ, T2 D2 ਇੱਥੇ ਯੂਜ਼ ਹੋਣਾ, ਬਟ ਜਿਹੜੀ ਕਰੰਟ ਫਾਰਮੇਸ਼ਨ ਹੈ ਉਹ ਕੰਟੀਨਿਊਸ ਹੋਏਗੀ ਇਨ ਦਾ RL ਮੋਡ। So nothing different between R and RL load, बस फर्क की है ਇਹਦੇ ਵਿੱਚ करंट continuous flow करेगा all the time, जद कि R load ਵਿੱਚ करंट 0 ਹੁੰਦਾ ਸੀ। this is the only difference। ਹੁਣ ਆ ਜਾਓ ਜੋ ਤੁਹਾਡੀ ਕੁਐਰੀਜ਼ ਹੈ, ਜੋ ਤੁਹਾਨੂੰ ਨਹੀਂ ਸਮਝ ਆਇਆ ਪੁੱਛ ਸਕਦੇ ਹੋ। anybody? I have 4.5 minutes, so ਜਿਹੜੀ ਵੀ ਕੁਐਰੀ ਹੈ ਪੁੱਛ ਲਓ ਬੇਟਾ। सर वीडियो, हाँ वीडियो बेटा मैं कर दूंगा अभी अपलोड। ओके सर। मेरा ना कनेक्शन 2-3 बार लॉस्ट हो गया था, कोई नहीं देख तो लेना। वो हाँ कोई नहीं, टूट जाता है। नोट्स ਜਿਹੜਾ ਥਾਇਰਿਸਟਰ ਤੇ ਡਾਇਓਡ ਆ ਤੇ ਉਹ ਇੱਕ ਟਾਈਮ ਤੇ ਦੋ ਕਰਨੇ ਨੇ, ਪਹਿਲਾਂ ਇੱਕ ਥਾਇਰਿਸਟਰ ਤੇ ਇੱਕ ਡਾਇਓਡ ਨੇ ਕੰਮ ਕਰਨਾ, ਫਿਰ ਦੂਸਰੀ ਵਕਤ ਉਹਨੇ ਕਰਨਾ। हाँ अलग अलग करेंगे, यस। ਇੰਡਕਟਰ ਪੂਰਾ ਜਦੋਂ ਲੋਡ ਕਰ ਗਿਆ। हाँ ब्रिज कॉन्फ़िगरेशन है ना, ब्रिज कॉन्फ़िगरेशन एक टाइम ਤੇ ਇੱਕ ਫਾਰਵਰਡ ਬਾਇਸ ਹੋਏਗਾ, ਇੱਕ ਰਿਵਰਸ ਬਾਇਸ ਹੋਏਗਾ। ਹਾਂਜੀ हाँ जी, और कोई क्वेश्चन बेटा? गुरचरण, नैन्सी? सर बाकी पढ़ के ही है सर, नोट्स भेज दियो तुसी एक बारी। अच्छा जी भेज दूंगा। नैन्सी? नो सर। एनी गूगल क्लासरूम च ते नोट्स पा दियो। हाँ जी आज इकट्ठे करके पा देना बेटा। पुलकित? तो सर क्लियर है? हरनेक? यस सर। सारा क्लियर है? हाँ जी, क्लियर है टॉपिक? यस सर। अजय? यस सर। शगुन? यस सर क्लियर है, एक बार वीडियो देख के फिर डाउट पूछता हूँ। अच्छा जी। गौरव बेटा आप लेट आए हो, विशाल, वीरेंद्र आप तीनों लेट आए हो। नहीं सर मैं सर नेटवर्क के लिए था। हाँ क्लास हाँ जी बेटा फिर ठीक है, टॉपिक ਨੂੰ ओवर करिए। जिन्ने वीडियो जिन्हों थोड़ा ਜਿਹਾ ਕਨੈਕਸ਼ਨ ਦਾ ਅਨਸਟੇਬਿਲਿਟੀ ਸੀ, ਇੱਕ ਵਾਰ ਵੀਡੀਓ ਦੇਖ ਲਿਓ, ਮੈਂ ਅਪਲੋਡ ਕਰ ਦਿੰਦਾ ਤੇ ਨੋਟਸ ਤੁਹਾਨੂੰ ਮੈਂ ਗੂਗਲ ਕਲਾਸਰੂਮ 'ਚ ਪਾ ਦਿੰਦਾ, ਠੀਕ ਹੈ। ਟੌਪਿਕ ਨੂੰ ਪੜ੍ਹ ਕੇ ਖਤਮ ਕਰ ਦਿਓ, ਪੈਂਡਿੰਗ ਨਾ ਰੱਖਿਓ, ਕਿਉਂਕਿ ਅੱਗੇ ਆਉਣ ਵਾਲੇ ਟੌਪਿਕ ਇਸ ਤੋਂ ਅੱਗੇ ਵਾਲੇ ਹੈ। ਫੁੱਲ ਵੇਵ ਬ੍ਰਿਜ ਕਰਾਂਗੇ ਆਪਾਂ, ਉਹ ਇਸ ਤੋਂ ਮੋਡ
ਇਹ ਤੋਂ ਇੱਕ enhanced version ਹੈ, ਸੋ ਇਹ ਆਏਗਾ ਤੇ ਉਹ 2 ਆਣੇ ਆ, ਠੀਕ ਹੈ। ਸੋ ਇਹਨੂੰ ਵੀ ਪੜ੍ਹ ਲੈਣਾ, ਅਗਲੇ ਜਿਹੜੇ ਟੌਪਿਕ ਆ ਉਹ ਤਾਂ ਹੀ ਸਮਝ ਆਣਗੇ, ਖਤਮ ਕਰ ਲੈਣਾ ਪੜ੍ਹ ਕੇ ਤੇ ਮੈਨੂੰ ਦੱਸ ਦੇਣਾ ਕਿ ਕਲੀਅਰ ਹੋ ਗਿਆ ਜਾਂ ਨਹੀਂ। ਓਕੇ ओके सर, ओके सर। ਓਕੇ ਜੀ, ਆਲ ਦਾ ਵੈਰੀ ਬੈਸਟ। ਹਾਂਜੀ ਸਰ। थैंक यू सर।